नमस्कार आदाब सत श्री अकाल हमदर्द टीवी देखने वाले सारे दर्शकों का स्वागत है। मैं हाँ तरनजीत कौर घुम्मन प्रोग्राम है जी लाइफ इन कैनेडा। सो जेकर कैनेडा का वीज़ा लगन लग गया है, आयल्स दी तैयारियां चल रही ने, तो ये नाल नाल कुछ होर तैयारियां करनियां भी शुरू कर दवो। ਜਿਹੜੇ कह रहे हैं कि कैनेडा विच कम नहीं हैगा या फिर जॉब्स का बहुत औखा होया पिया, तो तुहानूं कुछ अजिहे ऑप्शनस दस्सण लगे आ। जेकर तुसीं अपनी आयल्स दे नाल नाल इन्हां ऑप्शनस की भी तैयारी कर लवो तो तुहाडे लई इत्थे जॉब्स ही जॉब्स ने, वो भी हाईली पेड जॉब्स। सो अज असीं तुहानूं दस्सांगे कि कैनेडा विच आउण वेले तुहानूं किहड़ियां चीज़ां जिहड़ियां सिੱਖ के आउणियां चाहीदियां ने, जिहदे नाल इत्थे तुहानूं जॉब्स मिलण विच भी आसानी होगी ते तुसीं वधिया कमा सकदे हो। सो पढ़ाई दे नाल नाल अपना काम भी कर सकदे हो। किहड़ियां ये चीज़ां ने, इहदे बारे तुहानूं जानकारी देण लग्गे आ। चाहे तुसीं स्टूडेंट्स हो, तुसीं पेरेंट्स हैगे हो, तुहाडे बच्चे इस वक्त आउणा चाहुंदे ने, सो ध्यान नाल अज दा एपीसोड देखियो। हो सकदा है कि इहदे विचों कोई चीज़ तुहाडे इंटरस्ट दी होवे ते तुहाडे लई बहुत काम दी होवे ते इत्थे आके तुहाडा करियर तक चेंज हो सकदा आ। सो ध्यान नाल सुणियो साडा अज दा पूरा एपीसोड। ਵੈਲ ਦੋਸਤੋ, ਜਿਹੜੀ ਸਭ ਤੋਂ ਪਹਿਲੀ ਚੀਜ਼ ਤੁਸੀਂ ਸਿੱਖ ਕੇ ਆਉਣੀ ਹੈ ਉਹ ਹੈ ਡਰਾਈਵਿੰਗ। ਤੁਸੀਂ ਮੇਲ ਹੋ, ਤੁਸੀਂ ਫੀਮੇਲ ਹੋ, ਡਰਾਈਵਿੰਗ ਬਹੁਤ ਜ਼ਰੂਰੀ ਹੈ। ਵੀਜ਼ਾ ਲਈ ਤਿਆਰੀਆਂ ਹੋ ਰਹੀਆਂ ਨੇ, ਆਇਲਸ ਕਰ ਰਹੇ ਹੋ ਤਾਂ ਤੁਹਾਡੇ ਕੋਲ ਕਾਫੀ ਟਾਈਮ ਹੈ ਕਿ ਡਰਾਈਵਿੰਗ ਸਿੱਖ ਸਕਦੇ ਹੋ। ਇੱਥੇ ਸਟੂਡੈਂਟ ਲਾਈਫ 'ਚ ਕਾਰ ਕੁਝ ਅਫੋਰਡ ਕਰ ਲੈਂਦੇ ਨੇ ਤੇ ਕੁਝ ਨਹੀਂ ਕਰ ਪਾਉਂਦੇ, ਪਰ ਕਾਰ ਇੱਕ ਨੈਸੈਸਿਟੀ ਹੈ। ਕੈਨੇਡਾ ਵਿੱਚ ਖਾਸ ਤੌਰ ਤੇ GTA ਵਿੱਚ ਜੇ ਤੁਸੀਂ ਕਾਰ ਦਾ ਲੈਸਨ ਲੈਣਾ ਹੈ ਤਾਂ ਇੱਕ ਲੈਸਨ ਮਿਨੀਮਮ $40 ਦਾ ਪੈਂਦਾ ਹੈ। ਸੋ ਜੇਕਰ ਤੁਸੀਂ ਨਵੇਂ ਹੋ ਤੇ ਘੱਟੋ ਘੱਟ 10 ਤੋਂ 15 ਲੈਸਨ ਲੈਣੇ ਹੋ ਤਾਂ ਤੁਹਾਡਾ ਸਿੱਧਾ $400 ਤੋਂ $500 ਸਿਰਫ ਲੈਸਨਸ ਲੈਣ ਵਿੱਚ ਹੀ ਚਲਾ ਗਿਆ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕਾਰ ਨਹੀਂ ਹੈ ਤੇ ਤੁਸੀਂ ਇੰਸਟ੍ਰਕਟਰ ਦੀ ਹੀ ਕਾਰ ਯੂਜ਼ ਕਰਦੇ ਹੋ ਟੈਸਟ ਦੇਣ ਲਈ, ਤਾਂ ਘੱਟੋ ਘੱਟ $200 ਤੁਹਾਡੇ ਇਸ ਤੇ ਲੱਗਣਗੇ। ਵੈਲ ਜੇਕਰ ਤੁਹਾਡੇ ਕੋਲ ਪਿਛਲਾ ਡਰਾਈਵਿੰਗ ਐਕਸਪੀਰੀਅੰਸ ਹੈ ਤਾਂ ਰਿਟਨ ਯਾਨੀ ਕਿ G1 ਦੇਣ ਤੋਂ ਬਾਅਦ ਤੁਸੀਂ ਸਿੱਧਾ G2 ਜਾਂ ਫਿਰ ਕੁਝ ਕੇਸਿਸ ਵਿੱਚ G ਲਈ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਇੱਥੇ ਤੁਸੀਂ ਆਪਣਾ ਟਾਈਮ ਤੇ ਮਨੀ ਦੋਵੇਂ ਸੇਵ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਤਾਂ ਤੁਹਾਨੂੰ ਡਿਲੀਵਰੀ ਤੋਂ ਲੈ ਕੇ ਡਰਾਈਵਿੰਗ ਤੱਕ ਕਾਫੀ ਆਪਸ਼ਨ ਜੌਬਸ ਨੂੰ ਲੈ ਕੇ ਓਪਨ ਹੋ ਸਕਦੇ ਨੇ। ਵੈਲ ਦੋਸਤੋ, ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕਿ ਇਸ ਵਕਤ ਮੈਂ ਨਾਰਮਲ ਗੱਲਾਂ ਬਾਤਾਂ ਕਰ ਰਹੀ ਹਾਂ, ਕੋਈ ਜ਼ਿਆਦਾ ਸਕਿੱਲਡ ਦੀ ਜਾਂ ਜੌਬਸ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦੇ ਰਹੀ, ਤਾਂ ਸਬਰ ਕਰੋ। ਹਰ ਚੀਜ਼ ਦੇ ਵਿੱਚ ਤੁਹਾਨੂੰ ਡਿਟੇਲ ਨਾਲ ਜਾਣਕਾਰੀ ਦਿੱਤੀ ਜਾਏਗੀ ਤੇ ਹਾਈਲੀ ਪੇਡ ਪ੍ਰੋਫੈਸ਼ਨਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਏਗੀ, ਜਿਨ੍ਹਾਂ ਦੀ ਸਿਰਫ ਇੰਡੀਆ ਵਿੱਚ ਜੇ ਤੁਸੀਂ 6 ਮਹੀਨੇ ਟ੍ਰੇਨਿੰਗ ਲੈ ਕੇ ਆ ਵੀ ਜਾਓ ਨਾ, ਤਾਂ ਇੱਥੇ ਆ ਕੇ ਤੁਹਾਡੇ ਲਈ ਬਹੁਤ ਆਪਸ਼ਨਸ ਹੋ ਸਕਦੇ ਆ। ਸੋ ਇਹਨਾਂ ਸਕਿੱਲ ਜੌਬਸ ਦੇ ਬਾਰੇ ਵਿੱਚ ਵੀ ਨਾਲ ਦੀ ਨਾਲ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ। ਤੇ ਇਹਦੇ ਵਿੱਚੋਂ ਹੀ ਇੱਕ ਹੈ ਕਿ ਤੁਸੀਂ ਕੁਕਿੰਗ ਵੀ ਸਿੱਖ ਕੇ ਆਓ। ਜੇਕਰ ਘਰੇ ਬੈਠਿਆਂ ਨੂੰ ਪੱਕੀ ਪਕਾਈ ਰੋਟੀ ਮਿਲ ਰਹੀ ਹੈ ਤਾਂ ਇਹ ਆਦਤ ਛੱਡ ਦਵੋ ਤੇ ਕੁਕਿੰਗ ਸਿੱਖ ਕੇ ਆਓ। ਬਾਹਰ ਦਾ ਖਾਣਾ ਕਾਫੀ ਮਹਿੰਗਾ ਪੈ ਸਕਦਾ ਹੈ ਤੇ ਜੇਕਰ ਟਿਫਨ ਵੀ ਲਗਵਾਓਗੇ ਤਾਂ ਵੀ ਫੂਡ ਹੈਲਦੀ ਹੈ, ਇਸ ਦੀ ਕੋਈ ਗਾਰੰਟੀ ਨਹੀਂ। ਜੇਕਰ ਤੁਹਾਨੂੰ ਵਧੀਆ ਡਿਸ਼ਸ ਬਣਾਉਣੀਆਂ ਆਉਂਦੀਆਂ ਨੇ ਜਾਂ ਫਿਰ ਤੁਸੀਂ ਕੇਕ ਵਗੈਰਾ ਬਣਾ ਲੈਂਦੇ ਹੋ ਤਾਂ ਤੁਸੀਂ ਆਪਣਾ ਖੁਦ ਦਾ ਕੁਝ ਇਹੋ ਜਿਹਾ ਕੰਮ ਖੋਲ ਸਕਦੇ ਹੋ। ਤੁਸੀਂ ਇੱਥੇ ਕੁਝ ਫੈਮਲੀਜ਼ ਨੇ ਜਿਨ੍ਹਾਂ ਨੂੰ ਸ਼ੈਫ ਚਾਹੀਦੇ ਹੁੰਦੇ ਨੇ, ਵੀਕਐਂਡ ਪਾਰਟੀਆਂ ਹੁੰਦੀਆਂ ਨੇ, ਉਸ ਮੌਕੇ ਕੁਕਿੰਗ ਕਰਨ ਲਈ ਹੈਲਪਰ ਚਾਹੀਦਾ ਹੁੰਦਾ ਹੈ, ਜਾਂ ਫਿਰ ਕਿਸੇ ਰੈਸਟੋਰੈਂਟ ਵਿੱਚ ਸ਼ੈਫ ਜੌਬ ਕਰ ਸਕਦੇ ਹੋ ਜੋ ਕਿ ਹਮੇਸ਼ਾ ਡਿਮਾਂਡ ਵਿੱਚ ਹੁੰਦੀਆਂ ਨੇ। ਤੇ ਹੋਰ ਨਹੀਂ ਤਾਂ ਕੁਝ ਘੱਟੋ ਘੱਟ ਆਪਣੀ ਰੋਟੀ ਤਾਂ ਤੁਸੀਂ ਪਕਾ ਕੇ ਖਾ ਸਕਦੇ ਹੋ। ਤੀਸਰੀ ਜੋ ਚੀਜ਼ ਹੈ ਸਿੱਖ ਕੇ ਆਉਣੀ ਬਹੁਤ ਜ਼ਰੂਰੀ ਹੈ, ਜਿਸ ਦੇ ਬਾਰੇ ਵਿੱਚ ਬਹੁਤੇ ਲੋਕ ਡਰਦੇ ਨੇ। ਗੱਲ ਕਰ ਰਹੇ ਹਾਂ ਲੈਂਗੁਏਜ ਦੀ। ਜੇਕਰ ਤੁਸੀਂ ਆਇਲਸ ਕਲੀਅਰ ਕਰ ਲਈ ਹੈ ਤਾਂ ਇਹ ਨਾ ਸਮਝੋ ਕਿ ਬਹੁਤ ਅੰਗਰੇਜ਼ੀ ਆ ਗਈ। ਆਪਣੀ ਇੰਗਲਿਸ਼ ਸਕਿੱਲਸ ਨੂੰ ਪੋਲਿਸ਼ ਜ਼ਰੂਰ ਕਰਕੇ ਆਓ। ਇਸ ਦੇ ਬੇਸ ਤੇ ਇੱਥੇ ਤੁਹਾਨੂੰ ਨੌਕਰੀ ਮਿਲਣੀ ਕਾਫੀ ਸੌਖੀ ਹੋ ਸਕਦੀ ਹੈ। ਕਮਿਊਨੀਕੇਸ਼ਨ ਸਕਿੱਲਸ ਨੂੰ ਜ਼ਰੂਰ ਨਿਖਾਰੋ। ਜੇਕਰ ਅੰਗਰੇਜ਼ੀ ਵਧੀਆ ਹੈ ਤਾਂ ਕੋਸ਼ਿਸ਼ ਕਰੋ ਕਿ ਫ੍ਰੈਂਚ ਭਾਸ਼ਾ ਸਿੱਖ ਕੇ ਆਓ, ਕਿਉਂਕਿ ਬਾਇਲਿੰਗੁਅਲ ਲੋਕਾਂ ਦੇ ਲਈ ਇੱਥੇ ਜੌਬ ਓਪਰਚੁਨਿਟੀਜ਼ ਬਹੁਤ ਨੇ। ਜਿਨ੍ਹਾਂ ਨੂੰ ਕੈਨੇਡਾ ਵਿੱਚ ਅੰਗਰੇਜ਼ੀ ਤੇ ਫ੍ਰੈਂਚ ਦੋਵੇਂ ਭਾਸ਼ਾਵਾਂ ਆਉਂਦੀਆਂ ਨੇ, ਉਹਨਾਂ ਲਈ ਬਹੁਤ ਸੋਹਣੇ ਕੰਮ ਦੇ ਹਾਈਲੀ ਪੇਡ ਜੌਬਸ ਦੇ ਆਪਸ਼ਨਸ ਓਪਨ ਹੋ ਜਾਂਦੇ ਨੇ। ਤੇ ਨਾਲ ਹੀ ਜੇਕਰ ਤੁਹਾਨੂੰ ਬਹੁਤ ਗੱਲ ਕਰਨਾ ਨਹੀਂ ਪਸੰਦ, ਜਾਂ ਫਿਰ ਮੈਂ ਇੱਕ ਆਮ ਭਾਸ਼ਾ ਵਿੱਚ ਕਹਾਂ ਤੁਸੀਂ ਇੰਟਰੋਵਰਟ ਹੋ, ਤਾਂ ਆਪਣੇ ਇਸ ਨੇਚਰ ਨੂੰ ਵੀ ਥੋੜਾ ਜਿਹਾ ਚੇਂਜ ਜ਼ਰੂਰ ਕਰਕੇ ਆਇਓ, ਕਿਉਂਕਿ ਇੱਥੇ ਆ ਕੇ ਤੁਹਾਨੂੰ ਅੱਗੇ ਵਧਣ ਲਈ ਆਪਣੇ ਕੰਟੈਕਟਸ ਬਣਾਉਣੇ ਤੇ ਵਧਾਉਣੇ ਬਹੁਤ ਪੈਣਗੇ। ਰੈਫਰੈਂਸ ਇੱਥੇ ਕੰਮ ਲੱਭਣ ਲਈ ਬਹੁਤ ਮੈਟਰ ਕਰਦੀ ਹੈ। ਸੋ ਸੰਗ ਹੋਵੇ ਸ਼ਰਮ ਹੋਵੇ, ਐਟਲੀਸਟ ਕੰਮ ਦੇ ਮਾਮਲੇ ਵਿੱਚ ਇਹਨੂੰ ਥੋੜਾ ਪਿੱਛੇ ਹੀ ਛੱਡ ਕੇ ਆਓ ਤੇ ਗੱਲਬਾਤ ਕਰਨੀ ਜ਼ਰੂਰ ਸਿੱਖੋ ਤੇ ਥੋੜਾ ਹੱਥ ਕੁੱਟਣਾ ਸਿੱਖੋ। ਜੇਕਰ ਬ੍ਰਾਂਡ ਤੋਂ ਬਿਨਾਂ ਕੱਪੜੇ ਨਹੀਂ ਪਾਉਂਦੇ ਤਾਂ ਪਾਉਣੇ ਸਿੱਖ ਲਵੋ। ਕੈਨੇਡਾ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਜਿੰਨਾ ਹੱਥ ਕੁੱਟੋਗੇ ਉਨਾ ਹੀ ਅੱਗੇ ਚੱਲ ਕੇ ਤੁਹਾਡੇ ਲਈ ਵਧੀਆ ਹੋਏਗਾ। GIC ਦੇ ਸਿਰ ਤੇ ਬੈਠਣ ਵਾਲੇ ਅੱਗੇ ਵਧ ਨਹੀਂ ਸਕਦੇ। ਹੁਣ ਗੱਲ ਕਰਦੇ ਹਾਂ ਕੁਝ ਹੋਰ ਸਕਿੱਲਸ ਦੀ, ਜਿਸ ਵਿੱਚ ਸਭ ਤੋਂ ਪਹਿਲਾ ਹੈ ਕੰਸਟਰਕਸ਼ਨ ਦੀ ਫੀਲਡ। ਕੰਸਟਰਕਸ਼ਨ ਵਿੱਚ ਸਿਰਫ ਕੰਧਾਂ ਖੜੀਆਂ ਕਰਨੀਆਂ ਹੀ ਨਹੀਂ ਹੁੰਦੀਆਂ, ਲੇਬਰ ਵਰਕ ਤੋਂ ਲੈ ਕੇ ਟੈਕਨੀਕਲ ਕੰਮ ਕਾਫੀ ਕੁਝ ਹੁੰਦਾ ਹੈ। ਲੜਕੇ ਹੋ ਜਾਂ ਫਿਰ ਲੜਕੀ ਹੋ, ਹੁਣ ਤਾਂ ਦੋਵੇਂ ਹੀ ਇਸ ਫੀਲਡ ਦੇ ਵਿੱਚ ਆ ਚੁੱਕੇ ਨੇ। ਸੋ ਕੰਸਟਰਕਸ਼ਨ ਨਾਲ ਸੰਬੰਧਿਤ ਕੁਝ ਵੀ ਸਿੱਖ ਸਕਦੇ ਹੋ ਤਾਂ ਜ਼ਰੂਰ ਸਿੱਖ ਕੇ ਆਓ। ਜੇਕਰ ਤੁਹਾਡੇ ਹੱਥ ਵਿੱਚ ਸਫਾਈ ਹੈ, ਪੇਂਟਿੰਗ ਵਧੀਆ ਕਰ ਲੈਂਦੇ ਹੋ, ਤਾਂ ਹਾਊਸ ਵਾਲ ਪੇਂਟਿੰਗ ਵੱਲ ਵੀ ਜਾ ਸਕਦੇ ਹੋ। ਵੈਸੇ ਤਾਂ ਇੱਥੇ ਹਰ ਕੰਮ ਵਿੱਚ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ, ਪਰ ਤੁਸੀਂ ਕਿਸੇ ਨਾਲ ਹੈਲਪਰ ਵਜੋਂ ਵੀ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਤੇ ਹੌਲੀ-ਹੌਲੀ ਫਾਰਮੈਲਿਟੀਜ਼ ਪੂਰੀਆਂ ਕਰਕੇ ਆਪਣਾ ਖੁਦ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ। ਤੇ ਇਸ ਵਿੱਚ ਲਿੰਕਸ
ਤੇ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਬਹੁਤ ਮੈਟਰ ਕਰਦੇ ਨੇ। ਕੰਸਟਰਕਸ਼ਨ ਫੀਲਡ ਵਿੱਚ ਵੀ ਕਾਫੀ ਕੰਮ ਤੇ ਪੈਸਾ ਹੁੰਦਾ ਹੈ। ਤੁਸੀਂ ਕਾਰਪੈਂਟਰ ਦਾ ਕੰਮ ਵੀ ਸਿੱਖ ਸਕਦੇ ਹੋ, ਜਿਸ ਦੀ ਇੱਥੇ ਕਾਫੀ ਜ਼ਿਆਦਾ ਡਿਮਾਂਡ ਹੈ। ਇੱਥੇ ਰੈਨੋਵੇਸ਼ਨ, ਫਰਨੀਚਰ, ਫਲੋਰਿੰਗ ਦੇ ਕੰਮ ਦੀ ਕਾਫੀ ਡਿਮਾਂਡ ਰਹਿੰਦੀ ਹੈ। ਇਸ ਤੋਂ ਇਲਾਵਾ ਪਲੰਬਿੰਗ ਦਾ ਕੰਮ ਸਿੱਖ ਸਕਦੇ ਹੋ ਤਾਂ ਜ਼ਰੂਰ ਸਿੱਖ ਕੇ ਆਓ। ਅਗੇਨ ਇੱਥੇ ਹਰ ਕੰਮ ਲਈ ਸਰਟੀਫਿਕੇਟ ਚਾਹੀਦਾ ਹੈ, ਪਰ ਪਲੰਬਿੰਗ ਵਿੱਚ ਵੀ ਕਿਸੇ ਦੇ ਨਾਲ ਸ਼ੁਰੂਆਤ ਕਰਕੇ ਲਿੰਕਸ ਬਣਾ ਕੇ ਅੱਗੇ ਵਧ ਸਕਦੇ ਹੋ। ਜੇਕਰ ਇੱਕ ਵਿਜ਼ਿਟ ਦੀ ਗੱਲ ਕਰੀਏ ਤਾਂ ਇੱਥੇ ਪਲੰਬਰ ਇੱਕ ਵਿਜ਼ਿਟ ਦੇ ਥੋੜਾ ਜਿਹਾ ਹੱਥ ਲਗਾਉਣ ਦੇ ਘੱਟੋ ਘੱਟ $200 ਦੇ ਤਕਰੀਬਨ ਚਾਰਜ ਕਰ ਲੈਂਦੇ ਨੇ। ਸੋ ਇੱਥੇ ਆ ਕੇ ਔਰ ਜੌਬਸ ਕਰਨ ਦੀ ਜਗ੍ਹਾ, ਮਿਨੀਮਮ ਵੇਜ ਉੱਤੇ ਕੰਮ ਕਰਨ ਦੀ ਜਗ੍ਹਾ, ਜੇਕਰ ਤੁਸੀਂ ਐਵੇਂ ਦਾ ਕੋਈ ਕੰਮ ਸਿੱਖ ਕੇ ਆਓਗੇ ਤਾਂ ਤੁਸੀਂ ਪੈਸੇ ਵੀ ਬਣਾਓਗੇ ਤੇ ਅੱਗੇ ਚੱਲ ਕੇ ਆਪਣਾ ਕੰਮ ਵੀ ਖੋਲ ਸਕਦੇ ਹੋ। ਅਗਲਾ ਹੈ ਲੜਕੀਆਂ ਤੇ ਲੜਕਿਆਂ ਦੋਵਾਂ ਦੇ ਲਈ ਇਹ ਫੀਲਡ ਹੈ ਜਿਸ ਦੀ ਮੈਂ ਗੱਲ ਕਰਨ ਲੱਗੀ ਹਾਂ। ਇਹ ਹੈ ਜੀ ਸੈਲੂਨ ਦਾ ਆਪਸ਼ਨ। ਲੜਕੀਆਂ ਮੇਕਅਪ ਸਿੱਖ ਸਕਦੀਆਂ ਨੇ, ਫੇਸ਼ੀਅਲ, ਨੇਲ ਆਰਟਸ ਤੇ ਹੋਰ ਬਹੁਤ ਕੁਝ ਜਿਹੜਾ ਇਸ ਦੇ ਨਾਲ ਸੰਬੰਧਿਤ ਹੈ। ਲੜਕੇ ਹਨ ਤਾਂ ਤੁਸੀਂ ਹੇਅਰ ਐਂਡ ਬੀਅਰਡ ਕਟਿੰਗ ਸਿੱਖ ਸਕਦੇ ਹੋ, ਫੇਸ਼ੀਅਲ ਸਿੱਖ ਸਕਦੇ ਹੋ, ਸਕਿਨ ਟ੍ਰੀਟਮੈਂਟ ਸਿੱਖ ਸਕਦੇ ਹੋ। ਸੋ ਐਵੇਂ ਦਾ ਕੋਈ ਵੀ ਤੁਹਾਡਾ ਸੈਲੂਨ ਨਾਲ ਸੰਬੰਧਿਤ ਕੰਮ ਹੈ ਤਾਂ ਤੁਸੀਂ ਇੱਥੇ ਆ ਕੇ ਬਹੁਤ ਵਧੀਆ ਕਮਾਈ ਕਰ ਸਕਦੇ ਹੋ। ਇੱਥੇ ਤੁਸੀਂ ਮੰਨੋਗੇ ਨਹੀਂ ਕਿ ਇਸ ਇੰਡਸਟਰੀ ਵਿੱਚ ਕਿੰਨਾ ਪੈਸਾ ਹੈ। ਸ਼ੁਰੂਆਤ ਵਿੱਚ ਤੁਸੀਂ ਹੈਲਪਰ ਵਜੋਂ ਕੰਮ ਕਰ ਸਕਦੇ ਹੋ ਤੇ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਜਾਏ ਤਾਂ ਸਰਟੀਫਿਕੇਟ ਲੈ ਕੇ ਆਪਣਾ ਖੁਦ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ। ਵੈਸੇ ਅਸੀਂ ਇਹ ਆਪਸ਼ਨ ਨਹੀਂ ਦਵਾਂਗੇ, ਪਰ ਖਾਸ ਤੌਰ ਤੇ GTA ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਲੜਕੀਆਂ ਜਾਂ ਲੜਕੇ ਸੈਲੂਨ ਦਾ ਕੰਮ ਘਰ ਵਿੱਚ ਹੀ ਕਰ ਰਹੇ ਨੇ ਤੇ ਵਧੀਆ ਪੈਸੇ ਵੀ ਕਮਾ ਰਹੇ ਨੇ। ਹਾਲਾਂਕਿ ਇਹ ਗੈਰ ਕਾਨੂੰਨੀ ਹੈ, ਪਰ ਕਾਨੂੰਨੀ ਤਰੀਕੇ ਨਾਲ ਕੀਤਾ ਜਾਵੇ ਤਾਂ ਵੀ ਇਸ ਵਿੱਚ ਕਾਫੀ ਪੈਸਾ ਹੈ। ਇੱਕ ਹੋਰ ਫੀਲਡ ਹੈ ਕਾਰ ਮਕੈਨਿਕ ਦੀ। ਡੈਂਟਿੰਗ, ਫੈਂਟਿੰਗ ਤੇ ਕਾਰ ਦੇ ਸ਼ੀਸ਼ੇ ਟਿੰਟ ਕਰਨ ਦਾ ਗੁਰ ਜੇਕਰ ਆ ਜਾਏ ਤਾਂ ਤੁਸੀਂ ਇੱਥੇ ਕਦੇ ਵੀ ਭੁੱਖੇ ਨਹੀਂ ਮਰ ਸਕਦੇ। ਕਾਰ ਮਕੈਨਿਕ ਦੀ ਵਰਕਸ਼ਾਪ ਵਿੱਚ ਕੰਮ ਕਰ ਸਕਦੇ ਹੋ ਤੇ ਅੱਗੇ ਜਾ ਕੇ ਤੁਸੀਂ ਆਪਣੇ ਆਪਸ਼ਨਸ ਹੋਰ ਐਕਸਪਲੋਰ ਕਰ ਸਕਦੇ ਹੋ। ਲਾਸਟ ਬਟ ਨਾਟ ਦਾ ਲੀਸਟ ਇਜ਼ ਫੋਟੋਗ੍ਰਾਫੀ ਤੇ ਐਡੀਟਿੰਗ। ਵੈਡਿੰਗ ਸੀਜ਼ਨ ਹੋਏ ਜਾਂ ਫਿਰ ਕਿਸੇ ਇਵੈਂਟ ਨੂੰ ਸ਼ੂਟ ਕਰਨਾ ਹੋਏ, ਪ੍ਰੋਫੈਸ਼ਨਲ ਫੋਟੋਗ੍ਰਾਫਰਸ ਦੀ ਇੱਥੇ ਹਮੇਸ਼ਾ ਹੀ ਡਿਮਾਂਡ ਰਹੀ ਹੈ। ਤੁਸੀਂ ਚਾਹੋ ਤਾਂ ਇਕੱਲੇ ਵੀ ਇਸ ਕੰਮ ਵਿੱਚ ਜਾ ਸਕਦੇ ਹੋ ਤੇ ਚਾਹੋ ਤਾਂ ਕਿਸੇ ਕੰਪਨੀ ਨਾਲ ਵੀ ਟਾਈ ਅਪ ਕਰ ਸਕਦੇ ਹੋ। ਪ੍ਰੋਫੈਸ਼ਨਲ ਫੋਟੋਗ੍ਰਾਫਰਸ ਨੂੰ ਵੈਡਿੰਗ ਸ਼ੂਟਸ ਵਗੈਰਾ ਦੇ ਪਰ ਡੇ ਦੇ ਅਕੋਰਡਿੰਗ ਵਧੀਆ ਕਮਾਈ ਹੋ ਜਾਂਦੀ ਹੈ ਤੇ ਤੁਹਾਡੇ ਐਡੀਟਿੰਗ ਸਕਿੱਲਸ ਤੁਹਾਨੂੰ ਹੋਰ ਵੀ ਓਪਰਚੁਨਿਟੀ ਦਿਵਾ ਸਕਦੇ ਨੇ। ਸੋ ਦੋਸਤੋ, ਇਹ ਸੀ ਸਾਡਾ ਖਾਸ ਐਪੀਸੋਡ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਹੈ। ਹੁਣ ਇਹਨਾਂ ਵਿੱਚੋਂ ਕੋਈ ਵੀ ਜੌਬ ਤੁਸੀਂ ਜੇਕਰ ਤੁਹਾਡੇ ਕੋਈ ਇੰਟਰਸਟ ਨੂੰ ਲੱਗ ਰਹੀ ਹੈ ਤਾਂ ਤੁਸੀਂ ਉਹ ਜ਼ਰੂਰ ਸਿੱਖ ਕੇ ਆਓ। ਇੱਥੇ ਆ ਕੇ ਬਹੁਤ ਓਪਰਚੁਨਿਟੀਜ਼ ਹੈਗੀਆਂ ਨੇ। ਤੁਸੀਂ ਆਪਣਾ ਬਿਜ਼ਨਸ ਵੀ ਸਮੇਂ ਦੇ ਨਾਲ ਨਾਲ ਸ਼ੁਰੂ ਕਰ ਸਕਦੇ ਹੋ। ਇੱਥੇ ਕੈਨੇਡਾ ਵਿੱਚ ਕੋਈ ਵੀ ਚੀਜ਼ ਓਪਨ ਕਰਨ ਲਈ ਤੁਹਾਨੂੰ ਸਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਿ ਉਸ ਚੀਜ਼ ਦਾ ਸਰਟੀਫਿਕੇਟ ਹੋਵੇ। ਬਟ ਜੇਕਰ ਤੁਸੀਂ ਕਿਸੇ ਦੇ ਨਾਲ ਹੈਲਪਿੰਗ ਹੈਂਡ ਵਜੋਂ ਵੀ ਕੰਮ ਕਰਦੇ ਹੋ ਤਾਂ ਵੀ ਤੁਹਾਡੀ ਇੱਥੇ ਇੱਕ ਵਧੀਆ ਜਿਹੜੀ ਆ ਐਵਰੇਜ ਸੈਲਰੀ ਹੋਏਗੀ। ਜੇਕਰ ਇਸ ਵਕਤ ਮਿਨੀਮਮ ਵੇਜ $16.5 ਦੇ ਅਰਾਊਂਡ ਰੱਖੀ ਜਾ ਰਹੀ ਹੈ, ਜਿਹੜੀ ਕਿ ਅਕਤੂਬਰ 'ਚ $16.5 ਹੋ ਜਾਏਗੀ ਓਨਟਾਰੀਓ ਦੇ ਵਿੱਚ, ਤਾਂ ਇੱਕ ਪਰਸਨ ਇਹਨਾਂ ਜੌਬਸ ਦੇ ਰਾਹੀਂ ਤੁਸੀਂ ਵੱਧ ਪੈਸੇ ਕਮਾ ਸਕਦੇ ਹੋ ਐਜ਼ ਕੰਪੇਅਰ ਟੂ ਮਿਨੀਮਮ ਵੇਜ ਅਰਨਰ। ਸੋ ਤੁਹਾਡੇ ਉੱਤੇ ਹੈ, ਜੇਕਰ ਹੁਣ ਆ ਕੇ ਕਮੋ ਕਿ ਜੌਬਸ ਨਹੀਂ ਮਿਲ ਪਾ ਰਹੀਆਂ ਤਾਂ ਇਹਦੇ ਲਈ ਤੁਸੀਂ ਖੁਦ ਜ਼ਿੰਮੇਦਾਰ ਹੋਵੋਗੇ, ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਵਾਲੀਆਂ ਜੌਬਸ ਦੀ ਕੈਨੇਡਾ ਵਿੱਚ ਜ਼ਿਆਦਾ ਵੈਲਿਊ ਹੈਗੀ ਹੈ ਤੇ ਇਨ ਫਿਊਚਰ ਅੱਗੇ ਜਾ ਕੇ ਤੁਹਾਡੀ PR ਦੇ ਲਈ ਵੀ ਰਾਸਤਾ ਸੁਖਾਲਾ ਹੋ ਸਕਦਾ ਹੈ, ਕਿਉਂਕਿ ਮੋਸਟਲੀ ਹੁਣ ਇਸ ਵਕਤ ਡਰਾਸ ਜਿਹੜੇ ਹੈਗੇ ਆ ਉਹ ਟ੍ਰੇਡ ਜਾਂ ਸਕਿੱਲਸ ਰਿਲੇਟਡ ਹੀ ਨਿਕਲ ਰਹੇ ਨੇ। ਸੋ ਉਮੀਦ ਕਰਦੇ ਹਾਂ ਜੀ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਡੇ ਕੰਮ ਆਏਗੀ ਤੇ ਤੁਸੀਂ ਇਸ ਨੂੰ ਇੰਪਲੀਮੈਂਟ ਕਰਦੇ ਹੋਏ ਕੈਨੇਡਾ ਵਿੱਚ ਇੱਕ ਆਪਣਾ ਬੈਟਰ ਫਿਊਚਰ ਬਣਾਉਣ ਦੇ ਵੱਲ ਅੱਗੇ ਕਦਮ ਵਧਾਓਗੇ। ਇਸ ਦੇ ਨਾਲ ਹੀ ਕੈਮਰਾਮੈਨ ਰੀਤਿੰਦਰ ਗਰੇਵਾਲ ਦੇ ਨਾਲ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।